ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਤੂੰ ਸਮਰੱਥ ਵਡਾਈ, ਮੇਰੀ ਮਤ ਥਾਰੀ ਰਾਮ। ਪਾਲ ਹੈ ਆਕਿਰਤ ਕਹਿਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ, ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ। ਕੱਲ ਦਾ ਜੋ ਵਚਨ ਸੀ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ। ਕੁਛ ਮਾਨਤਾਵਾਂ ਜੋ ਧਰਮ ਦੇ ਖੇਤਰ ਅੰਦਰ ਚੱਲਦੀਆਂ ਰਹਿੰਦੀਆਂ ਹਨ, ਜੋ ਵਾਸਤਵ ਦੇ ਵਿੱਚ ਧਰਮ ਦਾ ਹਿੱਸਾ ਨਹੀਂ ਹੁੰਦੀਆਂ, ਪਰ ਧਰਮ ਦੇ ਨਾਂ ਹੇਠ ਪ੍ਰਚਲਿਤ ਹੋ ਜਾਂਦੀਆਂ ਹਨ। ਸੋ ਜਦੋਂ ਪਰਮੇਸ਼ਰ ਆਪਣਾ ਭਗਤ ਗੁਰਮੁਖ ਗੁਰਸਿੱਖ ਪ੍ਰਗਟ ਕਰਦਾ ਹੈ, ਤਾਂ ਉਸ ਦੇ ਪ੍ਰਗਟ ਹੋਣ ਦੇ ਨਾਲ ਗੁਰਮਤ বা ਪਰਮੇਸ਼ਰ ਦੀ ਮਤ ਵੀ ਪ੍ਰਗਟ ਹੋ ਜਾਂਦੀ ਹੈ। ਫਿਰ ਉਹ ਸ਼ੁੱਧ ਧਰਮ ਦੀ ਵਿਆਖਿਆ ਕਰਦੇ ਹਨ ਕਿ ਅਸਲ ਵਿੱਚ ਧਰਮ ਕੀ ਹੈ। ਸੋ ਪਾਤਸ਼ਾਹ ਨੇ ਉੱਥੇ ਵੀ ਇਹੀ ਗੱਲ ਵਚਨ ਆਖਿਆ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ। ਕੁਛ ਧਰਮ ਦੇ ਨਾਂ ਦੇ ਉੱਪਰ ਮਾਨਤਾਵਾਂ ਸੀ ਵੀ ਸੁੱਚਮ ਰੱਖੋ, ਸਰੀਰ ਨੂੰ ਧੋਈ ਜਾਣਾ, ਤੇ ਕਈਆਂ ਦੀ ਮਾਨਤਾ ਸੀ ਧਰਮ ਦੇ ਨਾਂ ਦੇ ਉੱਪਰ ਵੀ ਤੁਸੀਂ ਜਿੰਨਾ ਮਰਜ਼ੀ ਸੋਚੀ ਚੱਲੋ, ਸੋਚਣ ਦੇ ਨਾਲ ਕੋਈ ਮੈਲ ਨਹੀਂ ਲੱਗਦੀ, ਕੋਈ ਪਾਪ ਨਹੀਂ ਬਣਦਾ, ਕਰੋ ਕੁਛ ਨਾ। ਜੇ ਤੁਸੀਂ ਕੋਈ ਕਰਮ ਕਰੋਗੇ ਫਿਰ ਮੈਲ ਲੱਗਦੀ ਹੈ, ਪਾਪ ਬਣਦੇ। ਸੋ ਪਾਤਸ਼ਾਹ ਨੇ ਆ ਕੇ ਉਸ ਵਿਚਾਰਧਾਰਾ ਨੂੰ ਸ਼ੁੱਧ ਕੀਤਾ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਸਰੀਰ ਦੀ ਸੁੱਚਮ ਜ਼ਰੂਰੀ ਨਹੀਂ, ਸਰੀਰ ਦੀ ਸਫਾਈ ਜ਼ਰੂਰੀ ਹੈ। ਸੁੱਚਮ ਰੱਖਣੀ ਹੈ ਮਨ ਦੀ বা ਵਿਚਾਰਾਂ ਦੀ। ਜਿਵੇਂ ਪਾਤਸ਼ਾਹ ਕਹਿੰਦੇ, ਤਨ ਧੋਤੇ ਮਨ ਹੱਛਾ ਨਾ ਹੋਏ, ਵੀ ਜੇ ਤੁਸੀਂ ਬਾਹਰੋਂ ਸਰੀਰ ਨੂੰ ਧੋ ਲਓਗੇ ਤਾਂ ਮਨ ਥੋੜ੍ਹਾ ਸ਼ੁੱਧ ਹੁੰਦਾ। ਕਿ ਜੇ ਮਨ ਦੇ ਅੰਦਰ ਤੁਸੀਂ ਫੁਰਨੇ ਜਿੰਨੇ ਮਰਜ਼ੀ ਬਣਾਈ ਚੱਲੋ ਤੇ ਕਰੋਗੇ ਫਿਰ ਪਾਪ ਲੱਗਦਾ, ਗੁਰਮਤ ਨਹੀਂ ਮੰਨਦੀ। ਗੁਰਬਾਣੀ ਕਹਿੰਦੀ ਹੈ ਕਿ ਮਨ ਦੇ ਅੰਦਰੋਂ ਤੇਰੇ ਕੋਈ ਮੈਲਾ ਫੁਰਨਾ ਨਹੀਂ ਉੱਠਣਾ ਚਾਹੀਦਾ। ਜੇ ਮਨ ਦੇ ਅੰਦਰ ਕੋਈ ਮੈਲਾ ਫੁਰਨਾ ਉੱਠਦਾ ਤਾਂ ਉਸ ਨੂੰ ਮੈਲ ਲੱਗਦੀ ਹੈ। ਇਸੇ ਕਰਕੇ ਪਾਤਸ਼ਾਹ ਨੇ ਵਚਨ ਕੀਤਾ ਸੀ ਕਿ ਸੋਚੈ ਸੋਚ ਨਾ ਹੋਵੇ, ਕਿ ਤੂੰ ਆਪਣੇ ਅੰਦਰ ਕੋਈ ਐਸੀ ਸੋਚ ਨਾ ਪੈਦਾ ਕਰ। ਕਿਉਂਕਿ ਪਾਤਸ਼ਾਹ ਦਾ ਵਚਨ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਸੋਚਦਾ ਹੀ ਆਇਆ ਹੁਣ ਤੱਕ, ਉਹ ਸੋਚ ਕਰਕੇ ਹੀ ਤਾਂ ਮੈਲ ਲੱਗਦੀ ਹੈ। ਮੈਲ ਕੀ ਲੱਗਦੀ ਹੈ? ਭਾਣੇ ਦਾ ਵਿਰੋਧ ਕਰਦਾ ਹੈ। ਭਾਣੇ ਦਾ ਵਿਰੋਧ ਕਰਨਾ ਹੀ ਪਾਪ ਹੈ ਸੱਚਖੰਡ ਦੇ ਅੰਦਰ। ਸੋ ਦੂਸਰੀ ਜਿਹੜੀ ਇੱਕ ਪ੍ਰਚਲਿਤ ਵਿਚਾਰਧਾਰਾ ਉਹ ਸੀ ਵੀ ਚੁੱਪ ਰਹੋ, ਬੋਲਣਾ ਹੀ ਨਹੀਂ। ਸੋ ਇਸ ਵਿਚਾਰਧਾਰਾ ਨੇ ਵੀ ਧਰਮ ਦੇ ਖੇਤਰ ਵਿੱਚ ਬੜੀ ਤਰੱਕੀ ਕੀਤੀ। ਲੋਕ ਮੌਨੀ ਰਹਿਣ ਲੱਗ ਗਏ। ਉਹ ਮੂੰਹੋਂ ਬੋਲਦੇ ਹੀ ਨਹੀਂ ਸੀ, ਪਰ ਅੰਦਰ ਤਾਂ ਉਹਨਾਂ ਦੇ ਵਿਚਾਰ ਚੱਲਦੀ ਸੀ। ਸੋ ਪਰ ਇਹਨਾਂ ਚੀਜ਼ਾਂ ਦਾ ਆਮ ਪਬਲਿਕ ਦੇ ਉੱਪਰ ਬੜਾ ਪ੍ਰਭਾਵ ਪੈਂਦਾ ਹੈ ਕਿ ਜੀ ਉਹ 20 ਸਾਲ ਜਾਂ 40 ਸਾਲ ਬੋਲੇ ਹੀ ਨਹੀਂ ਕੁਛ, ਚੁੱਪ ਹੀ ਰਹਿੰਦੇ ਆ। ਪਰ ਜਿਹੜੇ ਗੁਰਮੁਖ ਨੇ, ਜਿਨ੍ਹਾਂ ਦੇ ਅੰਦਰ ਗੁਰ ਦੀ ਮੱਤ ਪ੍ਰਗਟ ਹੈ,
ਉਹ ਇਹਨਾਂ ਚੀਜ਼ਾਂ ਨੂੰ ਨਕਾਰਦੇ ਆ। ਉਹ ਕਹਿੰਦੇ ਬੋਲਣਾ ਜ਼ਰੂਰ ਹੈ ਪਰ ਸੱਚ ਬੋਲਣਾ ਹੈ। ਚੁੱਪ ਜ਼ਰੂਰ ਕਰਨਾ ਹੈ ਪਰ ਸੱਚ ਵਾਲੇ ਪਾਸਿਓਂ ਬੋਲਣਾ, ਝੂਠ ਵਾਲੇ ਪਾਸਿਓਂ ਚੁੱਪ ਕਰਨਾ। ਚੁੱਪ ਮਨ ਨੂੰ ਕਰਾਉਣਾ, ਮੂੰਹੋਂ ਬੋਲਣਾ ਚੁੱਪ ਨਹੀਂ ਕਰਨਾ। ਮਨ ਚੁੱਪ ਕਰੇ, ਮਨ ਨੂੰ ਸੁੰਨ ਸਮਾਧ ਚਲੇ ਜਾਣਾ। ਸੋ ਤਾਂ ਪਾਤਸ਼ਾਹ ਨੇ ਇੱਥੇ ਵਚਨ ਕੀਤਾ, ਕਹਿੰਦੇ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾ। ਕਹਿੰਦੇ ਭਾਵੇਂ ਲਿਵ ਲਾਈ ਰੱਖੋ, ਚੁੱਪ ਕਿਵੇਂ ਰਹੋਗੇ? ਅੰਦਰ ਤਾਂ ਵਿਚਾਰਾਂ ਚੱਲਦੀ ਰਹਿੰਦੀਆਂ ਨੇ। ਮੂੰਹੋਂ ਬੋਲਣਾ ਨਾਲ ਮਨ ਚੁੱਪ ਨਹੀਂ ਕਰਦਾ, ਇਹ ਚੁੱਪ ਹੋਣਾ ਨਹੀਂ ਹੈ। ਪਾਤਸ਼ਾਹ ਕਹਿੰਦੇ ਮਨ ਕੁਝ ਨਾ ਕੁਝ ਮੰਗਦਾ ਹੀ ਰਹਿੰਦਾ ਕਿਉਂਕਿ ਅਗਿਆਨੀ ਹੈ। ਸੋ ਮਨ ਨੂੰ ਚੁੱਪ ਕਰਾਉਣ ਲਈ ਹੁਕਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬੋਲਦਾ ਤਾਂ ਮਨ ਹੀ ਹੈ ਨਾ। ਤੇ ਜਦੋਂ ਮਨ ਚੁੱਪ ਕਰਦਾ ਤੇ ਮਨ ਨੂੰ ਫਿਰ ਅਨਹਤ ਨਾਦ ਸੁਣਦਾ। ਉਨਾ ਚਿਰ ਅਨਹਦ ਨਾਦ ਨਹੀਂ ਸੁਣਦਾ। ਜਿਵੇਂ ਪਾਤਸ਼ਾਹ ਕਹਿੰਦੇ ਆ ਅੰਗ 293 ਦੇ ਉੱਪਰ, ਸੁਨ ਸਮਾਦ ਅਨਹਤ ਤੈ ਨਾਦ, ਕਹਿਨ ਨਾ ਜਾਈ ਅਚਰਜ ਬਿਸਮਾਦ। ਕਹਿੰਦੇ ਸੁਨ ਸਮਾਦ ਅਨਹਤ ਤੈ ਨਾਦ। ਜਦੋਂ ਮਨ ਮਾਇਆ ਵਾਲੇ ਪਾਸਿਓਂ ਸੁੰਨ ਹੋ ਜਾਂਦਾ ਤਾਂ ਸਮਾਦ ਹੈ। ਸਮਾਦ ਅੱਧਾ ਅੱਧੇ ਨੇ, ਆਤਮਾ ਵੀ ਅੱਧੀ ਹੈ, ਪ੍ਰਾਤਮਾ ਵੀ ਅੱਧੀ ਹੈ। ਜਦੋਂ ਮਨ ਚੁੱਪ ਕਰ ਜਾਂਦਾ ਹੈ ਤੇ ਪੂਰਾ ਹੋ ਜਾਂਦਾ, ਆਪਣੇ ਮੂਲ 'ਚ ਸਮਾ ਜਾਂਦਾ। ਸਮਾਉਣ ਦੀ ਦੇਰੀ ਹੈ ਮਨ ਨੂੰ ਕਿ ਉਸੇ ਵੇਲੇ ਅਨਹਤ ਨਾਦ, ਉਹ ਹੁਕਮ, ਉਹ ਸ਼ਬਦ ਜਿਹਨੂੰ ਕੋਈ ਕੱਟ ਨਹੀਂ ਸਕਦਾ, ਉਹ ਤੁਰਕੀ ਬਾਣੀ ਜਿਹੜੀ ਹਰ ਇੱਕ ਚਿੰਤਾ ਨੂੰ ਮਿਟਾ ਦਿੰਦੀ ਹੈ, ਉਹ ਇਹਦੇ ਅੰਦਰੋਂ ਪ੍ਰਗਟ ਹੋ ਜਾਂਦੀ ਹੈ। ਕਹਿਣ ਨਾ ਜਾਈ ਅਚਰਜ ਬਿਸਮਾਦ। ਉਹਦਾ ਜਿਹੜਾ ਰਸ ਹੈ, ਸੁਆਦ ਹੈ, ਉਹ ਬਿਸਮਾਦ ਹੈ, ਉਹਦਾ ਵਿਖਿਆਨ ਨਹੀਂ ਹੋ ਸਕਦਾ। ਬਾਣੀ ਨੂੰ ਗੁਰਬਾਣੀ ਬਣਾ ਕੇ ਦੱਸਿਆ ਤਾਂ ਜਾ ਸਕਦਾ ਹੈ, ਪਰ ਬਾਣੀ ਦਾ ਕੋਈ ਰੂਪ ਰੇਖ ਰੰਗ ਨਹੀਂ ਹੈ। ਬਾਣੀ ਤੋਂ ਜਦੋਂ ਗੁਰਬਾਣੀ ਬਣਦੀ ਹੈ, ਗੁਰਬਾਣੀ ਦਾ ਰੂਪ ਰੇਖ ਰੰਗ ਹੈ, ਕਿਉਂਕਿ ਗੁਰਬਾਣੀ ਲਈ ਅੱਖਰ ਨੇ। ਸਾਡੀ ਭਾਸ਼ਾ ਦੇ ਵਿੱਚ ਸਾਨੂੰ ਸ਼ਬਦ ਵੀ ਕਹਿਣਾ ਪੈਂਦਾ ਹੈ, ਵੈਸੇ ਇਹ ਅੱਖਰ ਨੇ। ਅੱਖਰਾਂ ਦਾ ਜਦੋਂ ਕੋਈ ਸੰਯੁਕਤ ਕੋਈ ਚੀਜ਼ ਬਣ ਜਾਂਦੀ ਹੈ ਉਹਨੂੰ ਸ਼ਬਦ ਕਹਿ ਦਿੰਦੇ। ਵਾਸਤਵ ਦੇ ਵਿੱਚ ਸ਼ਬਦ ਦਾ ਵੀ ਕੋਈ ਰੂਪ ਰੇਖ ਰੰਗ ਨਹੀਂ ਹੁੰਦਾ, ਅੱਖਰਾਂ ਦਾ ਰੂਪ ਰੇਖ ਰੰਗ ਹੈ। ਸੋ ਅਚਰਜ ਹੈ, ਉਹ ਵਿਆਖਿਆ ਤੋਂ ਬਾਹਰ ਹੈ। ਉਹ ਗੁਰਮੁਖ ਦੇ ਹਿਰਦੇ ਦੇ ਅੰਦਰ ਹੀ ਪ੍ਰਗਟ ਹੁੰਦਾ ਹੈ। ਕਿਸੇ ਦੇ ਵੀ ਹੋ ਸਕਦਾ, ਕੋਈ ਵੀ ਗੁਰਮੁਖ ਬਣ ਜਾਵੇ ਉਹਦੇ ਅੰਦਰੋਂ ਪ੍ਰਗਟ ਹੁੰਦਾ, ਪਰ ਨਿਸ਼ਾਨੀ ਹੈ ਕਿ ਪਹਿਲਾਂ ਗੁਰਮੁਖ ਹੋਵੇ। ਗੁਰਮੁਖ ਨਾਦੰ ਗੁਰਮੁਖ ਵੇਦੰ। ਜਿਹਦੇ ਹਿਰਦੇ ਚੋਂ ਨਾਦ ਪ੍ਰਗਟ ਹੁੰਦਾ ਉਹੀ ਉਸ ਦਾ ਗਿਆਨ ਦੇ ਸਕਦਾ, ਉਹ ਵੀ ਗਿਆਨ ਦੇ ਸਕਦਾ। ਅਗਲੇ ਨੇ ਗਿਆਨ ਵਾਲੇ ਨੇ ਗਿਆਨ ਲੈਣਾ, ਤੇ ਉਹ ਜੇ ਗਿਆ ਵਾਲਾ ਗਿਆਨ ਲੈ ਲਵੇ, ਉਸ ਦੇ ਅਨੁਸਾਰ ਹੀ ਹੋ ਜਾਵੇ, ਤਾਂ ਪ੍ਰਗਟ ਉਹਦੇ ਅੰਦਰ ਵੀ ਹੋ ਸਕਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੈ ਮੰਡਲ ਮੰਡਾ ਹੈ। ਪਹਿਲਾਂ ਆਪਣੇ ਅੰਦਰ ਇਹ ਲਿਖਣਾ ਹੈ, ਭਾਵ ਕਿ ਮਨ ਨੇ ਮੰਨਣਾ ਹੈ ਗੱਲ। ਜਦੋਂ ਮਨ ਮੰਨੂ ਫੇਰ ਹੀ ਗੱਲ ਬਣਨੀ। ਕਹੇ ਕਬੀਰ ਮਨ ਮਾਨਿਆ, ਪਹਿਲਾਂ ਮਨ ਮੰਨਿਆ ਕਿ ਹਾਂ ਵਾਕਈ ਮੈਂ ਤਾਂ ਸੱਚ ਦੀ ਸੋਝੀ ਪ੍ਰਾਪਤ ਕਰਨੀ। ਮਨ ਮਾਨਿਆ ਤਉ ਹਰ ਜਾਣੇ, ਉਸ ਤੋਂ ਬਾਅਦ ਆਪਣੇ ਹਰ ਨੂੰ ਜਾਣ ਹੋਣਾ। ਜਿੰਨਾ ਚਿਰ ਮਨ ਹੀ ਨਹੀਂ ਮੰਨਦਾ, ਹਰ ਨੂੰ ਕਿਵੇਂ ਜਾਣੂਗਾ? ਦੂਸਰੀ ਗੱਲ ਪਾਤਸ਼ਾਹ ਕਬੀਰ ਸਾਹਿਬ ਵੀ ਕਹਿੰਦੇ ਆ, ਮਨ ਮਾਨੈ ਲੋਗ ਨਾ ਭਤੀਜੈ। ਕਹਿੰਦੇ ਜਦੋਂ ਤੇਰਾ ਆਪਣਾ ਮਨ ਮੰਨ ਜਾਣਾ, ਤੇ ਜਿਹੜੇ ਸੰਸਾਰ ਦੇ ਲੋਕਾਂ ਨੂੰ ਤੂੰ ਇਹ ਗੱਲ ਕਹੇਗਾ ਉਹਨਾਂ ਨੇ ਨਹੀਂ ਮੰਨਣੀ ਇਹ ਗੱਲ, ਕਿਉਂਕਿ ਉਹ ਸਾਰੀ ਗੱਲ ਹੀ ਉਹਨਾਂ ਤੋਂ ਉਲਟ ਹੋਊਗੀ। ਲੋਗ ਨਾ ਭਤੀਜੈ, ਲੋਕਾਂ ਨੇ ਨਹੀਂ ਖੁਸ਼ ਹੋਣਾ। ਨਾ ਭਤੀਜੈ ਤਾਂ ਕਿਆ ਕੀਜੈ। ਕਹਿੰਦੇ ਨਹੀਂ ਮੰਨਦੇ ਤਾਂ ਵੀ ਕੋਈ ਗੱਲ ਨਹੀਂ, ਤੂੰ ਕਿਸੇ ਨੂੰ ਮਨਾਉਣਾ ਵੀ ਨਹੀਂ, ਤੂੰ ਤਾਂ ਖੁਦ ਨੂੰ ਆਪਣੇ ਆਪ ਨੂੰ ਮਨਾਉਣਾ, ਆਪਣੇ ਮਨ ਨੂੰ ਸ਼ੁੱਧ ਕਰਨਾ, ਨਾ ਕਿ ਕਿਸੇ ਦੇ ਨੂੰ। ਆਪ ਸਵਾਰੈ, ਕਹਿੰਦੇ ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰੀ।
ਕਿਸੇ ਨੂੰ ਨਹੀਂ ਸਵਾਰਨਾ। ਹਾਂ, ਦੂਸਰਿਆਂ ਨਾਲ ਵਿਚਾਰ ਕਰ ਸਕਦਾ, ਉਹ ਵੀ ਜੇ ਕੋਈ ਭੁੱਖ ਹੋਵੇ ਕਿਸੇ ਦੇ ਅੰਦਰ, ਉਹਨਾਂ ਨਾਲ ਬੈਠ ਕੇ ਵਿਚਾਰ ਕਰ, ਕਿਉਂਕਿ ਵਿਚਾਰ ਦੇ ਵਿੱਚੋਂ ਹੀ ਸਾਰੀ ਖੇਡ ਦੀ ਸਮਝ ਲੱਗਦੀ ਹੈ। ਵਿਚਾਰ ਤੋਂ ਬਿਨਾਂ ਕੁਛ ਨਹੀਂ ਲੱਗਦਾ। ਨਹੀਂ ਤਾਂ ਫਿਰ ਸਭ ਕਹਤੇ हैं पाया घाट न कि नहीं कहाया वाला वचन है ਵੀ ਹਰ ਕੋਈ ਕਹੀ ਜਾਂਦਾ ਵੀ ਮੇਰੇ ਕੋਲ ਵੀ ਸਭ ਕੁਛ ਹੈ, ਮੈਂ ਹੀ ਸਭ ਕੁਝ ਜਾਣਦਾ। ਪਤਾ ਉਦੋਂ ਲੱਗਦਾ ਜਦੋਂ ਗਾਹਾਂ ਵਿਚਾਰ ਹੁੰਦੀ ਹੈ। ਸੋ ਪਾਤਸ਼ਾਹ ਕਹਿੰਦੇ ਪੂਰਬ ਲਿਖਤ ਲਿਖੇ, ਕਹਿੰਦੇ ਪੂਰਬ ਲਿਖਤ, ਆ ਜਿਹੜਾ ਤੇਰੇ ਕੋਲ ਮਨੁੱਖਾ ਜਨਮ ਮਿਲਿਆ, ਇਹਨੂੰ ਪ੍ਰਾਪਤ ਕਰਨ ਵਾਸਤੇ ਜਦੋਂ ਤੂੰ ਭਵ ਸਾਗਰ ਵਿੱਚ ਆਇਆ ਸੀ, ਸੁਖ ਸਾਗਰ ਦੇ ਅੰਦਰ, ਉਦੋਂ ਤੂੰ ਇਹ ਗੱਲ ਲਿਖੀ ਸੀ। ਭਾਵ ਕਿ ਜਦੋਂ ਤੂੰ ਗਲਤੀ ਕੀਤੀ ਤੈਨੂੰ ਉੱਥੇ ਪਤਾ ਲੱਗ ਗਿਆ ਵੀ ਇਹ ਮੇਰੀ ਗਲਤੀ ਹੈ, ਉਸ ਗਲਤੀ ਨੂੰ ਸੁਧਾਰਨਾ ਤੂੰ ਉੱਥੇ ਮੰਨ ਕੇ ਆਇਆ ਸੀ ਕਿ ਬਿਲਕੁਲ ਜੀ ਮੈਂ ਆਪਣੀ ਗਲਤੀ ਸੁਧਾਰ ਕੇ ਆਊਂਗਾ, ਕਿਉਂਕਿ ਉਹ ਗਲਤੀ ਸੁਧਾਰੀ ਤੋਂ ਬਿਨਾਂ ਸੱਚਖੰਡ 'ਚ ਨਹੀਂ ਜਾ ਸਕਦਾ। ਉਹ ਗਲਤੀ ਕੀ ਸੀ? ਭਰਮ ਸੀ, ਆਪਣੇ ਆਪ ਨੂੰ ਵੱਡਾ ਮੰਨ ਲੈਣਾ, ਅਗਿਆਨਤਾ ਦੇ ਵਿੱਚ ਸੌਂ ਗਿਆ, ਭਰਮ ਪੈਦਾ ਕਰ ਲਿਆ। ਭਰਮੇ ਭੁੱਲਾ ਦੈ ਦਿਸਤਾ ਵੈ, ਤੇ ਗੁਰ ਪ੍ਰਸਾਦ ਭਰਮ ਕਾ ਨਾਸ। ਹੁਣ ਉਹੀ ਗਿਆਨ ਲੈਣਾ ਕਿ ਜਿਹਦੇ ਕਰਕੇ ਭਰਮ ਦਾ ਨਾਸ ਹੋ ਜਾਵੇ। ਪਹਿਲਾਂ ਗਿਆਨ ਲੈਤਾ ਸੀਗਾ ਭਰਮ ਪੈਦਾ ਕਰਨ ਵਾਸਤੇ। ਗਿਆਨ ਨਾਲ ਹੀ ਭਰਮ ਪੈਦਾ ਹੁੰਦਾ, ਗਿਆਨ ਨਾਲ ਹੀ ਭਰਮ ਦੂਰ ਹੁੰਦਾ। ਜਦੋਂ ਗਿਆਨ ਮਾਇਆ ਦਾ ਲੈਂਦਾ ਉਦੋਂ ਭਰਮ ਪੈਦਾ ਹੁੰਦਾ, ਜਦੋਂ ਗਿਆਨ ਸਵੈਮ ਆਪਣਾ ਲੈਂਦਾ ਉਦੋਂ ਭਰਮ ਦੂਰ ਹੁੰਦਾ। ਪੂਰਬ ਲਿਖਤ ਲਿਖੇ ਗੁਰ ਪਾਇਆ, ਕਹਿੰਦੇ ਆ ਸੀ ਵੀ ਤੂੰ ਮੈਂ ਗੁਰ ਪਾਉਣਾ, ਭਾਵ ਕਿ ਆਪਣੇ ਆਪ ਦੀ ਸੋਝੀ ਪ੍ਰਾਪਤ ਕਰਨੀ ਹੈ। ਮਨ ਹਰ ਲਿਵ ਮੰਡਲ ਮੰਡਾ ਹੈ, ਕਹਿੰਦੇ ਫੇਰ ਮਨ ਦੇ ਅੰਦਰ ਜਿਹੜਾ ਹਰ ਬੈਠਾ ਉਹਦੇ ਨਾਲ ਲਿਵ ਲੱਗਣੀ ਸੀ। ਮੰਡਲ ਮੰਡਾ ਹੈ, ਮੰਡਲ ਹੁੰਦਾ ਹਿਰਦਾ, ਹਿਰਦੇ ਦੇ ਅੰਦਰ ਵਿੱਚ ਮੰਡਾ ਮਿਲ ਕੇ ਆਤਮਾ ਪ੍ਰਾਤਮਾ ਨੇ ਇੱਕ ਹੋ ਕੇ ਸਮਾਧ ਲਾਉਣੀ ਹੈ, ਲਿਵ ਲੱਗਣੀ ਹੈ। ਪਰ ਲੱਗੂਗੀ ਉਦੋਂ ਜਦੋਂ ਮਾਇਆ ਵਾਲੇ ਪਾਸਿਓਂ ਚੁੱਪ ਹੋਗਾ। ਚੁੱਪ ਹੈ, ਚੁੱਪ ਨਾ ਹੋ ਬਈ। ਕਹਿੰਦੇ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਵੀ ਚੁੱਪ ਹੋਣਾ, ਕਹਿੰਦੇ ਇਸ ਤਰੀਕੇ ਨਾਲ ਚੁੱਪ ਨਹੀਂ ਹੋਇਆ ਜਾਂਦਾ। ਇਹ ਤਾਂ ਤੁਸੀਂ ਸਰੀਰ ਕਰਕੇ ਚੁੱਪ ਹੋ, ਕਿਉਂਕਿ ਜੋਗੀ ਨਾਲ ਗੱਲ ਹੈ। ਜੋਗੀ ਚੁੱਪ ਹੋਣ ਤੇ ਜ਼ਿਆਦਾ ਜ਼ੋਰ ਦਿੰਦਾ ਹੈ, ਤੇ ਬ੍ਰਾਹਮਣ ਪੰਡਤ ਜ਼ੋਰ ਦਿੰਦਾ ਸੀ ਸੁੱਚਮ ਤੇ, ਬਾਹਰੀ ਸੁੱਚਮ ਤੇ। ਪਾਤਸ਼ਾਹ ਕਹਿੰਦੇ ਸੁੱਚਮ ਤਾਂ ਆਤਮਾ ਦੀ ਕਰਨੀ ਹੈ, ਮੈਲਾ ਤਾਂ ਮਨ ਹੈ, ਤੂੰ ਸਰੀਰ ਦੀ ਸੁੱਚਮ ਤੇ ਚਲੇ ਗਿਆ। ਜੋਗੀ ਨੂੰ ਕਹਿੰਦੇ ਚੁੱਪ ਦਾ ਮਨ ਕਰਾਉਣਾ, ਤੂੰ ਸਰੀਰ ਨੂੰ ਚੁੱਪ ਕਰਾਉਣਾ ਸਮਝ ਲਿਆ। ਦੋਨਾਂ ਮੱਤਾਂ ਦੇ ਉੱਪਰ ਤਰਕ ਹੈ, ਔਰ ਤਰਕ ਵੀ ਭਲਾ ਕਰਨ ਵਾਸਤੇ ਹੈ, ਕਿਸੇ ਦਾ ਬੁਰਾ ਕਰਨ ਵਾਸਤੇ ਨਹੀਂ ਹੈ। ਸੋ ਜਿਵੇਂ ਅੱਜ ਕਹਿੰਦੇ ਵੀ ਤਰਕ ਨਹੀਂ ਕਰਨਾ ਚਾਹੀਦਾ, ਤੇ ਗੁਰਬਾਣੀ ਤਾਂ ਬਾਰ-ਬਾਰ ਤਰਕ ਕਰਦੀ ਹੈ, ਪਰ ਗੁਰਬਾਣੀ ਦੇ ਤਰਕ ਦੇ ਅੰਦਰ ਕਿਸੇ ਦਾ ਭਲਾ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ। ਉਹ ਕਹਿੰਦਾ ਵੀ ਤੁਹਾਡਾ ਬੁਰਾ ਕਿਉਂ ਹੋਵੇ, ਕਿਉਂਕਿ ਸਤਿਗੁਰੂ ਨੂੰ ਤਾਂ ਸਾਰਾ ਕੁਝ ਸੋਚੀ, ਉਹਨੂੰ ਤਾਂ ਦਿਸਦਾ ਹੈ, ਲੋਕ ਵੀ ਦਿਸ ਰਿਹਾ, ਪਰਲੋਕ ਵੀ ਦਿਸ ਰਿਹਾ। ਤਾਂ ਉਹ ਵਾਰ-ਵਾਰ ਚਿੰਤਾ ਕਰਦਾ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ, ਤੁਹਾਡੇ ਕੋਲ ਸਮਾਂ ਬਹੁਤ ਥੋੜ੍ਹਾ ਹੈ। ਜੇ ਸਮਾਂ ਤੁਸੀਂ ਇਸ ਤਰ੍ਹਾਂ ਹੀ ਗਵਾਤਾ, ਫਿਰ ਤਾਂ ਤੁਹਾਡਾ ਜੀਵਨ ਵਿਅਰਥ ਚਲਾ ਜਾਊਗਾ। ਅੰਗ 374 ਉੱਪਰੀ ਪਾਤਸ਼ਾਹ ਕਹਿੰਦੇ ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਕਰ ਵਾਸਾ। ਜਦੋਂ ਤ੍ਰਿਕੁਟੀ ਨੂੰ ਛੱਡਦਾ, ਤ੍ਰਿਕੁਟੀ ਕੀ ਹੈ? ਦੋਨੇ ਅੱਖਾਂ, ਦੋਨੇ ਕੰਨ, ਦੋਨੇ ਨਾਸਕਾ ਦੇ ਛਿਦਰ, ਇਹ ਤ੍ਰਿਕੁਟੀ ਹੈ। ਸਾਡੀ ਸੁਰਤ ਹਰ ਵੇਲੇ ਇਹਨਾਂ ਤਿੰਨਾਂ ਨਾਲ ਜੁੜੀ ਰਹਿੰਦੀ ਹੈ। ਅੱਖਾਂ ਰਾਹੀਂ ਦੇਖੀ ਜਾਂਦੀ ਹੈ, ਜੋ ਦੇਖ ਲੈਂਦੀ ਉਹਨੂੰ ਆਪਣਾ ਮੰਨ ਕੇ ਸੁਰਤ ਉਹਦੇ ਮਗਰ ਚੱਲਦੀ ਹੈ। ਕੰਨਾਂ ਰਾਹੀਂ ਜੋ ਕੁਝ ਵੀ ਸੁਣ ਲੈਂਦਾ ਉਹਦੇ ਮਗਰ ਲੱਗ ਜਾਂਦਾ। ਨਾਸਕਾ ਰਾਹੀਂ ਜਿਹੜੀ ਸੁਗੰਧੀ ਮਿਲਦੀ ਉਹਦੇ ਮਗਰ ਲੱਗ ਜਾਂਦਾ। ਤ੍ਰਿਕੁਟੀ ਛੂਟੈ ਤਾਂ 10ਵਾਂ ਦੁਆਰ ਖੁੱਲ੍ਹਦਾ। ਜਦੋਂ ਤ੍ਰਿਕੁਟੀ ਨੂੰ ਸੁਰਤ ਛੱਡਦੀ ਹੈ, ਹਿਰਦੇ 'ਚ ਜਾਂਦੀ ਹੈ, ਤਾਂ ਉਹ ਜਿਹੜਾ ਦਰਵਾਜ਼ਾ ਹੈ ਜਿੱਥੋਂ ਤੁਰਕੀ ਬਾਣੀ ਆਉਣੀ, ਉਹ ਦਰਵਾਜ਼ਾ ਖੁੱਲ੍ਹਦਾ। ਉਹ ਦਰਵਾਜ਼ਾ ਕੀ ਹੈ? ਆਤਮਾ ਪ੍ਰਾਤਮਾ ਨੇ, ਇਹ ਦੋਏ ਦਰਵਾਜ਼ੇ ਮਨ ਚਿੱਤ ਦੋਨੇ ਨੇ, ਇਹ ਦੋਨੇ ਖੁੱਲ੍ਹ ਜਾਂਦੇ ਆ। ਮਨ ਦੇ ਅੰਦਰੋਂ ਮੈਂ ਖਤਮ ਹੋ ਜਾਂਦੀ ਹੈ, ਚਿੱਤ ਦੇ ਅੰਦਰੋਂ ਹਉ ਖਤਮ ਹੋ ਜਾਂਦੀ। ਸਾਹਮਣੇ ਸੱਚਖੰਡ, ਸਾਹਮਣੇ ਹੁਕਮ ਹੈ।
ਫਿਰ ਇਹ ਹੁਕਮ ਦੇ ਅੰਦਰ ਆ, ਫਿਰ ਇਹਨੂੰ ਪਤਾ ਲੱਗਦਾ ਵੀ ਹੁਕਮ ਕਿਵੇਂ ਵਰਤ ਰਿਹਾ। ਵਰਤੇ ਸਭ ਕੁਛ ਤੇਰਾ ਪਾਣਾ, ਉਨਾ ਚਿਰ ਨਹੀਂ ਪਤਾ ਲੱਗਦਾ। ਇਸੇ ਕਰਕੇ ਪਾਤਸ਼ਾਹ ਨੇ ਬਚਨ ਲਿਖਿਆ, ਜਿਸ ਛੁੱਟੈ ਤ੍ਰਿਕੁਟੀ, ਜਿਸ ਵੀ ਜੀਵ ਦੀ ਤ੍ਰਿਕੁਟੀ ਛੁੱਟ ਜਾਵੇ, ਤਿਸ ਨਿਜ ਘਰ ਵਾਸਾ, ਉਹਦਾ ਉਸੇ ਵੇਲੇ ਨਿਜ ਘਰ ਦੇ ਵਿੱਚ ਵਾਸਾ ਹੋ ਜਾਂਦਾ। ਦੇਖੋ, ਨਿਜ ਘਰ ਵਾਸਾ ਲਿਖਦੇ ਆ, ਇਹਦਾ ਮਤਲਬ ਹਰ ਇੱਕ ਦਾ ਆਪੋ ਆਪਣਾ ਹੈ, ਨਿਜ ਸਵੈਮ ਦਾ ਆਪਣਾ। ਘਰ ਦੇ ਅੰਦਰ ਵਾਸਾ ਹੈ, ਭਾਵ ਕਿ ਜਿਹੜਾ ਜੀਵ ਆ ਉਹ ਹੈ ਹਿਰਦੇ 'ਚ ਹੀ, ਘਰ ਦੇ ਅੰਦਰ ਹੀ ਹੈ। ਉਹ ਘਰ ਦੇ ਅੰਦਰੋਂ ਬੈਠਾ ਹੀ ਕੁਝ ਸੋਚੀ ਜਾਂਦਾ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ ਹੈ। ਅਸੀਂ ਜਿਵੇਂ ਇੱਥੇ ਬੈਠੇ ਹੋਈਏ, ਅਸੀਂ ਬੈਠੇ ਸੋਚੀ ਚੱਲੀਏ ਕੁਛ, ਸਾਡੀ ਸੋਚ ਕਿਤੇ ਹੋਰ ਹੈ, ਸਰੀਰ ਤਾਂ ਉੱਥੇ ਹੀ ਹੈ। ਇਸੇ ਕਰਕੇ ਪ੍ਰਾਤਮਾ ਸੱਚਖੰਡ ਦੇ ਅੰਦਰ ਹੀ ਹੈ। ਪ੍ਰਾਤਮਾ ਦੀ ਸੋਚ ਹੈ ਆਤਮਾ, ਆਤਮਾ ਬਾਹਰ ਹੈ ਮਾਇਆ 'ਚ। ਤਾਂ ਹੀ ਨੌਵੇਂ ਪਾਤਸ਼ਾਹ ਵੀ ਕਹਿੰਦੇ ਮਨ ਮਾਇਆ ਮੈਂ ਫਸ ਰਹੇ ਹੋ, ਮਨ ਮਾਇਆ 'ਚ ਫਸਿਆ, ਭਾਵ ਕਿ ਪ੍ਰਾਤਮਾ ਦਾ ਧਿਆਨ ਮਾਇਆ 'ਚ ਹੈ। ਜੇ ਉਹ ਧਿਆਨ ਮਾਇਆ 'ਚੋਂ ਕੱਢ ਲਵੇ, ਸਵੈਮ ਆਪਣੇ ਆਪ 'ਚ ਧਿਆਨ ਹੈ। ਨਿਜ ਪਦ ਉੱਪਰ ਲਾਗੋ ਧਿਆਨ, ਧਿਆਨ ਵੀ ਸਵੈਮ ਆਪਣਾ ਹੀ ਕਰਨਾ ਹੈ। ਪਹਿਲਾਂ ਮਨ ਦਾ, ਬੁੱਧੀ ਨੇ ਧਿਆਨ ਰੱਖਣਾ ਕਿ ਮਨ ਦੇ ਅੰਦਰੋਂ ਫੁਰਨਾ ਹੀ ਨਾ ਕੋਈ ਮਾਇਆ ਦਾ ਉੱਠੇ। ਜਿਹਦਾ ਆਪਣੇ ਆਪ 'ਚ ਧਿਆਨ ਹੈ, ਜਿਹੜਾ ਆਪਣੇ ਆਪ ਨੂੰ ਵਿਚਾਰ ਰਿਹਾ, ਉਹਦਾ ਧਿਆਨ ਬਾਹਰ ਜਾਂਦਾ ਹੀ ਨਹੀਂ। ਤੁਸੀਂ ਗੁਰਬਾਣੀ ਨੂੰ ਸਮਝਣ ਲੱਗ ਜਾਓ, ਗੁਰਬਾਣੀ ਤੋਂ ਸਮਝਣ ਲੱਗ ਜਾਓ, ਤਾਂ ਤੁਹਾਡਾ ਧਿਆਨ ਬਾਹਰ ਹੀ ਜਾ ਹੀ ਨਹੀਂ ਸਕਦਾ, ਮਨ ਜਾ ਹੀ ਨਹੀਂ ਸਕਦਾ। ਧਿਆਨ, ਮਨ, ਇਹ ਸਾਰੇ ਇੱਕ ਦੇ ਨਾਂ ਹੀ ਨੇ। ਆਤਮਾ, ਇਹ ਇੱਕ ਦੇ ਨਾਂ ਹੀ ਨੇ, ਇਹ ਕੋਈ ਵੱਖੋ ਵੱਖਰੇ ਨਹੀਂ ਹੈ। ਜਿਵੇਂ ਆਪਾਂ ਕਹਿੰਦੇ ਮੇਰਾ ਮਨ ਨਹੀਂ ਲੱਗਦਾ, ਉਹਦਾ ਮੇਰਾ ਧਿਆਨ ਨਹੀਂ ਹੈ, ਮੇਰਾ ਜੀ ਨਹੀਂ ਕਰਦਾ, ਇਹਦਾ ਮਤਲਬ ਕੋਈ ਹੋਰ ਕਹਿ ਰਿਹਾ ਮੇਰਾ ਧਿਆਨ ਨਹੀਂ ਲੱਗਦਾ, ਮੇਰਾ ਮਨ ਨਹੀਂ ਲੱਗਦਾ, ਮੇਰਾ ਜੀ ਨਹੀਂ ਕਰਦਾ, ਮੇਰਾ ਕੋਈ ਹੋਰ ਕਹਿ ਰਿਹਾ। ਉਹ ਹੈ ਸਾਡਾ ਮੂਲ। ਸੋ ਚੁੱਪੈ ਚੁੱਪ ਨਾ ਹੋਵੇ। ਗੁਰਬਾਣੀ ਕਹਿੰਦੀ ਹੈ ਮਨਾ, ਇਸ ਤਰ੍ਹਾਂ ਚੁੱਪ ਨਹੀਂ ਹੋਣਾ। ਜੇ ਲਾਏ ਰਹਾ ਲਿਵਤਾਰ, ਕਹਿੰਦੇ ਇਹ ਤਾਂ ਭਾਵੇਂ ਤੂੰ ਜਿੰਨੀ ਮਰਜ਼ੀ ਲਿਵ ਲਾਈ ਰੱਖ, ਅੱਖਾਂ ਮੀਚ ਕੇ ਬੈਠਾ ਰਹਿ, ਇਸ ਤਰ੍ਹਾਂ ਲਿਵ ਨਹੀਂ ਲੱਗਦੀ। ਲਿਵ ਲੱਗਦੀ ਹੈ ਜਦੋਂ ਮਨ ਚੁੱਪ ਕਰ ਜਾਂਦਾ, ਮਾਇਆ ਵਾਲੇ ਪਾਸਿਓਂ ਸੱਚ ਵਾਲੇ ਪਾਸਿਓਂ ਨੂੰ ਬੋਲਦਾ, ਫਿਰ ਸੱਚ ਵਾਲੇ ਪਾਸੇ ਨੂੰ ਲਿਵ ਲੱਗਦੀ ਹੈ। ਹੁਣ ਮਾਇਆ ਵਾਲੇ ਪਾਸੇ ਨੂੰ ਲਿਵ ਲੱਗੀ ਹੋਈ ਹੈ, ਕਿਉਂਕਿ ਹੁਣ ਮਾਇਆ ਨਾਲ ਹੀ ਜੁੜਿਆ ਹੈ ਨਾ। ਹਰ ਇੱਕ ਫੁਰਨਾ ਮਾਇਆ ਦੇ ਅੰਦਰੋਂ ਨਿਕਲ ਰਿਹਾ, ਮਾਇਆ ਦੀ ਉਹ ਚਿੰਤਾ ਹੈ, ਮਾਇਆ ਲਈ ਉਹ ਸਾਰਾ ਪ੍ਰੋਸੈਸ ਹੈ, ਤੇ ਉਧਰ ਨੂੰ ਲਿਵ ਲੱਗੀ ਹੋਈ ਹੈ। ਨਾਨਕ ਬੋਲਣ ਚੱਖਣਾ, ਦੁੱਖ ਛੱਡੀਏ ਮੰਗੀਏ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੈ ਬੋਲਣ ਹਾਰੀ ਹੈ ਤਿੱਥੈ ਚੰਗੀ ਚੁੱਪ। ਅੰਗ 149 ਦੇ ਉੱਪਰ ਪਾਤਸ਼ਾਹ ਕਹਿੰਦੇ ਆ, ਨਾਨਕ ਜੀ ਕਹਿ ਰਹੇ ਨੇ, ਬੋਲਣਾ ਚੱਖਣ ਦੁੱਖ ਛੱਡ ਮੰਗੀਏ ਸੁੱਖ। ਕਹਿੰਦੇ ਸਾਡਾ ਜਿਹੜਾ ਬੋਲਣਾ ਕੀ ਹੈ, ਉਹ ਚੱਖਣਾ ਹੈ। ਬੋਲਦਾ ਗੁਰਮੁਖ ਵੀ ਹੈ, ਬੋਲਦਾ ਮਨਾਂ ਤੋਂ ਵੀ ਹੈ। ਗੁਰਮੁਖ ਦਾ ਬੋਲਣਾ ਕੀ ਹੈ, ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਤੇਰਾ ਬੋਲਣਾ ਕੀ ਹੈ, ਵੀ ਆਹ ਵੀ ਮਿਲ ਜਾਵੇ, ਉਹ ਮਿਲ ਜਾਵੇ, ਐਂ ਕਰ ਲਵਾਂ, ਉਹ ਕਰ ਲਵਾਂ, ਐਂ ਹੋ ਜਾਵੇ, ਇੱਥੇ ਇਸ ਤਰ੍ਹਾਂ ਹੋਣਾ ਚਾਹੀਦਾ, ਆਹ ਕਿਉਂ ਨਹੀਂ ਹੋਇਆ। ਇਹ ਤੇਰਾ ਬੋਲਣਾ। ਇਹਦੇ ਵਿੱਚ ਕੀ ਹੈ, ਦੁੱਖ ਹੈ। ਦੁੱਖ ਕੀ ਹੈ, ਬਾਰ-ਬਾਰ ਸਰੀਰ ਮਿਲਣੇ ਹੈ। ਛੱਡ, ਕਹਿੰਦੇ ਇਹਨੂੰ ਛੱਡ ਦੇ। ਮੰਗੀ ਹੈ ਸੁੱਖ, ਸੁੱਖ ਮੰਗ। ਸੁੱਖ ਕੀ ਹੈ, ਸੱਚ ਨਾਮ। ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ। ਗੁਰਬਾਣੀ ਦੇ ਅੰਦਰ ਕਿਤੇ ਵੀ ਮਾਇਆ ਦੀ ਅਰਦਾਸ ਬੇਨਤੀ ਕਰਨ ਦੀ ਆਗਿਆ ਨਹੀਂ ਹੈ। ਕਿਤੇ ਵੀ ਇੱਕ ਵੀ ਪੰਗਤੀ ਨਹੀਂ ਆਉਂਦੀ ਗੁਰਬਾਣੀ 'ਚ ਕਿ ਤੁਸੀਂ ਮਾਇਆ ਮੰਗ। ਹਰ ਇਹ ਮੇਰੇ ਮਨਾ ਬੇਅੰਤ ਵਚਨ ਇਹੋ ਜਿਹੇ ਨੇ, ਜੇ ਤੂੰ ਗੁਰਬਾਣੀ ਦੇ ਅੱਗੇ ਖੜ ਕੇ ਗੁਰਬਾਣੀ ਤੇ ਇਹ ਭਰੋਸਾ ਰੱਖ ਕੇ ਮੈਨੂੰ ਮਾਇਆ ਮਿਲ ਜੂਗੀ, ਤਾਂ ਇਹੀ ਗੁਰਬਾਣੀ ਦਰਗਾਹ ਦੇ ਵਿੱਚ ਤੈਨੂੰ ਦੋਸ਼ੀ ਸਾਬਤ ਕਰੂਗੀ। ਗੁਰਬਾਣੀ ਕਹਿੰਦੀ ਹੈ, ਬਿਨ ਤੁਧ ਹੋਰ ਜੇ ਮੰਗਣ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ।
ਇਹ ਬਚਨ ਪਾਤਸ਼ਾਹ ਦਾ ਹੈ, ਬਾਤ ਦਰਗਾਹ ਚੋਂ ਆਇਆ ਹੋਇਆ, ਸੱਚਖੰਡ ਦਾ ਫਰਮਾਨ ਹੈ। ਜੋ ਮੰਗੈ ਸੋ ਭੁੱਖਾ ਰਹੇ। ਮੰਗਣਾ ਸੱਚ ਹੈ, ਹੁਕਮ ਮੰਗਣਾ ਹੈ, ਮਾਇਆ ਨਹੀਂ ਮੰਗਣੀ। ਮਾਇਆ ਤਾਂ ਸਾਰੀ ਇੱਥੇ ਪਈ ਹੋਈ ਹੈ, ਜੋ ਕੁਛ ਪਾਇਆ ਸੋ ਇੱਕਾ ਵਾਰ ਉਹਨੂੰ ਪ੍ਰਾਪਤ ਕਰਨਾ ਜਾ ਕੇ। ਮੰਗੀ ਦੀ ਉਹ ਚੀਜ਼ ਹੁੰਦੀ ਹੈ ਜਿਹੜੀ ਕੋਲ ਹੋਵੇ ਨਾ, ਜਿਹੜੀ ਚੀਜ਼ ਸਾਹਮਣੇ ਪਈ ਹੈ ਉਹਨੂੰ ਮੰਗਣਾ ਥੋੜਾ ਹੁੰਦਾ, ਤਾਂ ਪਈ ਹੈ ਲੈ ਲਓ। ਔਰ ਉਹ ਬਾਹਰਲੇ ਸਰੀਰ ਨਾਲ ਲੋੜੀਂਦੀ ਹੈ, ਤੇ ਜਦੋਂ ਬਾਹਰਲਾ ਸਰੀਰ ਇੱਥੋਂ ਮਿਲਿਆ ਤਾਂ ਇਹਦੇ ਵਾਸਤੇ ਵਸਤੂ ਵੀ ਇੱਥੇ ਪਈ ਹੈ। ਤੇ ਜਿਹੜੀ ਜੋਤ ਹੈ ਵਾ ਪ੍ਰਾਤ ਆਤਮ ਹੈ, ਉਹ ਇੱਥੋਂ ਨਹੀਂ ਮਿਲੀ, ਉਹ ਜਿੱਥੋਂ ਆਈ ਹੈ ਉਹਦੀ ਵਸਤੂ ਵੀ ਉੱਥੇ ਹੀ ਹੈ। ਜਦੋਂ ਇਹਨੂੰ ਉਹਦਾ ਚੇਤਾ ਆਊਗਾ ਫਿਰ ਇਹ ਉਹਦੇ ਬਾਰੇ ਵੀ ਮੰਗੂਗਾ। ਉਹ ਕੀ ਹੈ? ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਉਹ ਅੰਦਰਲੀ ਜੋਤ ਹੈ ਜਿਹੜੀ, ਉਹਦਾ ਜਿਹੜੀ ਖੁਰਾਕ ਹੈ ਉਹ ਗਿਆਨ ਹੈ। ਬਾਹਰਲੇ ਸਰੀਰ ਦੀ ਖੁਰਾਕ ਵੱਖਰੀ ਹੈ, ਅੰਦਰਲੇ ਸਰੀਰ ਦੀ ਖੁਰਾਕ ਵੱਖਰੀ ਹੈ। ਪਰ ਸਾਡੇ ਤਾਂ ਜੇ ਧਰਮ ਦੇ ਠੇਕੇਦਾਰਾਂ ਨੇ ਐਸਾ ਰੌਲਾ ਪਾ ਲਿਆ, ਉਹ ਬਾਹਰਲੇ ਜਿਹੜਾ ਖਾਣਾ ਉਹਦੇ ਪਿੱਛੇ ਝਗੜਾ ਕਰੀ ਬੈਠੇ ਵੀ ਇਹ ਧਰਮ ਨਹੀਂ ਜੀ ਹੈਗਾ। ਤੁਸੀਂ ਗੁਰਬਾਣੀ ਤੋਂ ਤਾਂ ਕੁਛ ਪੁੱਛੋ ਨਾ, ਆਪਣੀ ਮੱਤ ਨੂੰ ਨਾ ਕਿਸੇ ਤੇ ਥੋਪੋ। ਜੋ ਗੁਰਬਾਣੀ ਦੇ ਵਚਨ ਨੇ ਉਹਨਾਂ ਦੀ ਗੱਲ ਕਰੋ। ਗੁਰਬਾਣੀ ਸੱਚ ਦੀ ਗੱਲ ਕਰਦੀ ਹੈ ਕਿ ਸੱਚ ਮੰਗ, ਝੂਠ ਨਾ ਮੰਗ। ਗੁਰਬਾਣੀ ਕਹਿੰਦੀ ਹੈ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਕਹਿੰਦੇ ਸਤ ਸੰਤੋਖ ਹੋਵੇ ਅਰਦਾਸ। ਸਾਡੀ ਜਿਹੜੀ ਅਰਦਾਸ ਹੈ ਜੋ ਦਰਗਾਹ 'ਚ ਪ੍ਰਵਾਨ ਹੁੰਦੀ ਹੈ, ਜੋ ਗੁਰਬਾਣੀ ਦੱਸਦੇ ਵੀ ਆਹ ਅਰਦਾਸ ਕਰ ਕਿ ਜਿਹੜੀ ਸੱਚਖੰਡ 'ਚ ਪ੍ਰਵਾਨ ਹੋ ਜਾਵੇ, ਉਹ ਕੀ ਹੈ? ਸਤ ਸੰਤੋਖ। ਕਿ ਤੂੰ ਸਤ ਸਰੂਪ ਤਾਂ ਹੈਗਾ ਹੀ ਹੈ, ਪਰ ਤੂੰ ਸੰਤੋਖੀ ਨਹੀਂ ਹੈ। ਤੂੰ ਸੰਤੋਖੀ ਹੋ, ਫਿਰ ਤੈਨੂੰ ਪਤਾ ਲੱਗ ਜੂਗਾ। ਹੋਵੇ ਅਰਦਾਸ, ਕਹਿੰਦੇ ਜਿੱਦਣ ਤੂੰ ਇਹ ਅਰਦਾਸ ਕਰ ਦਿੱਤੀ ਕਿ ਮੈਂ ਸਤ ਸਰੂਪ ਤਾਂ ਹੈਗਾ ਹੀ ਹਾਂ, ਪਰ ਮੈਂ ਸੰਤੋਖੀ ਕਿਉਂ ਨਹੀਂ ਹੈ? ਸੰਤੋਖੀ ਹੋਣ ਦੀਆਂ ਕਮੀਆਂ ਦੇਖਣ ਲੱਗ ਜਾਏਗਾ ਵੀ ਮੇਰੇ 'ਚ ਇਹ ਗੱਲਾਂ ਕਰਕੇ ਸੰਤੋਖ ਨਹੀਂ ਆ ਰਿਹਾ। ਤੇ ਜਿੱਦਣ ਤੈਨੂੰ ਸੰਤੋਖ ਹੋ ਗਿਆ, ਹੋਵੇ ਅਰਦਾਸ ਤਾਂ ਸੁਣੀ, ਫਿਰ ਤੈਨੂੰ ਸਾਰਾ ਕੁਝ ਹੀ ਸੁਣ ਜਾਣਾ। ਕੀ ਸੁਣਨਾ? ਤੁਰ ਕੀ ਬਾਣੀ ਆਈ ਤਿਨੀ ਸਗਲੀ ਚਿੰਤ, ਉਹ ਸੁਣੂਗੀ। ਫਿਰ ਆਇਓ ਸੁਣਨ ਪੜਨ ਕੋ ਬਾਣੀ, ਉਹ ਬਾਣੀ ਨੂੰ ਸੁਣਨ ਵਾਸਤੇ ਤੂੰ ਆਇਆ। ਆ ਤਾਂ ਪੜਨ ਵਾਸਤੇ ਆ ਗੁਰਬਾਣੀ। ਨਾਮ ਵਿਸਾਰ ਲੱਗਿਆ ਨਾ ਲਾਲਚ, ਉਸ ਬਾਣੀ ਨੂੰ ਤਾਂ ਤੂੰ ਛੱਡੀ ਬੈਠਾ। ਲੱਗਾ ਅਨ ਲਾਲਚ, ਸਗੋਂ ਇਸ ਗੁਰਬਾਣੀ ਨੂੰ ਵੀ ਮਾਇਆ ਲਈ ਵਰਤਣ ਲੱਗ ਗਿਆ ਤੂੰ ਤਾਂ। ਬਿਰਥਾ ਜਨਮ ਪੁਰਾਣੀ, ਹੇ ਮੇਰੇ ਮਨਾ ਜੀਵਨ ਵਿਰਥ ਹੈ। ਇਹ ਤਾਂ ਵਿਅਰਥ ਚਲੇ ਜਾਣਾ ਤੇਰਾ, ਅਰ ਜਾ ਹੀ ਰਿਹਾ। ਸੋ ਜੀਵਨ ਦੇ ਵਿੱਚ ਸੁੱਖ ਨਹੀਂ ਮਿਲੇਗਾ। ਮੰਗੀ ਹੈ ਸੁੱਖ, ਉਸ ਹੁਕਮ ਦੀ ਗੱਲ ਕਰ। ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ। ਆ ਜਿਹੜਾ ਤੂੰ ਸੁੱਖ ਦੁੱਖ ਦਾ ਮੰਨਦਾ ਵੀ ਸਰੀਰ ਨਾਲ ਚੰਗੇ ਚਾਰ ਪੈਸੇ ਹੋਣ, ਵਧੀਆ ਕੋਠੀ, ਵਧੀਆ ਕਾਰਾਂ, ਵਧੀਆ ਕੱਪੜਾ ਹੋਵੇ, ਵਧੀਆ ਖਾਣ ਪੀਣ ਹੋਵੇ, ਇਹ ਸੁੱਖ ਹੈ। ਵੀ ਇਹ ਚੀਜ਼ਾਂ ਕੋਲੋਂ ਚਲੇ ਗਈਆਂ ਫਿਰ ਤਾਂ ਦੁਖੀ ਹੋ ਗਿਆ। ਕਹਿੰਦੇ ਦੋਏਦਾਰ ਕੱਪੜੇ, ਇਹ ਤਾਂ ਕਹਿੰਦੇ ਸਰੀਰ ਨਾਲ ਸੰਬੰਧਿਤ ਨੇ। ਪਹਿਰੇ ਜਾਏ ਮਨੁੱਖ, ਬਥੇਰੇ ਮਨੁੱਖੇ ਪਹਿਰ ਕੇ ਚਲੇ ਗਏ। ਬਥੇਰੀ ਦੁਨੀਆ ਇਸ ਧਰਤੀ ਤੇ ਆਈ ਜਿਹੜੀ ਸਰੀਰ ਦੇ ਦੁੱਖਾਂ ਨੂੰ ਤੇ ਸੁੱਖਾਂ ਨੂੰ ਭੋਗ ਕੇ ਚਲੇ ਗਈ, ਪਰ ਜੀਵਨ ਜਿੱਤ ਕੇ ਕੋਈ ਵੀ ਨਹੀਂ ਗਿਆ। ਹਾਰ ਕੇ ਗਏ ਨੇ। ਜਿੱਥੇ ਬੋਲਣ ਹਾਰੀ ਹੈ। ਕਹਿੰਦੇ ਜਿੱਥੇ ਜਾ ਕੇ ਬੋਲਣਾ ਸੀ ਸੱਚਖੰਡ ਦੇ ਅੰਦਰ, ਉੱਥੇ ਜਾ ਕੇ ਹਾਰ ਪੈ ਗਈ। ਕਿਉਂਕਿ ਬੋਲਿਆ ਕੀ, ਮਾਇਆ ਵਾਲਾ ਹੀ ਬੋਲਣਾ ਬੋਲਿਆ। ਜੋ ਮਾਇਆ ਬਾਰੇ ਬੋਲੇ ਉਹੀ ਅੱਗੇ ਬੋਲਿਆ। ਉਹ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਇਹ ਬੋਲਿਆ ਨਹੀਂ ਜਾਂਦਾ। ਸਾਡੇ ਤਾਂ ਹੈਗਾ ਵੀ ਬੋਲੀ ਹੈ ਸੱਚ। ਸੱਚ ਬੋਲੋ ਤਾਂ ਜੀਵਨ ਸਫਲ, ਨਹੀਂ ਤਾਂ ਫਿਰ ਤੁਸੀਂ ਸੰਸਾਰੀ ਹੈਗੇ ਹੋ। ਉੱਥੇ ਜਾਓ। ਫਿਰ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਉਹਦੇ ਲਈ ਸਾਨੂੰ ਚੁੱਪ ਕਰਨਾ ਪਊਗਾ, ਨਹੀਂ ਤਾਂ ਇਹ ਮੇਰੇ ਮਨਾ ਉੱਥੇ ਜਾ ਕੇ ਫਿਰ ਤੈਨੂੰ ਹਾਰਨਾ ਹੀ ਪੈਣਾ। ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਦ ਮਾਲੇ। ਉੱਥੇ ਤਾਂ ਉਹਨਾਂ ਨੇ ਵੱਖ ਕੱਢ ਲੈਣਾ ਵੀ ਇੱਧਰ ਹੋ ਜਾਓ ਸਾਈਡ ਤੇ, ਜਾਂ ਸੱਚ ਲਿਆਓ।
ਉੱਥੇ ਕਿਤੇ ਨਹੀਂ ਗੁਰਬਾਣੀ 'ਚ ਲਿਖਿਆ ਵੀ ਤੁਹਾਡੇ ਅੱਗੇ ਕੋਈ ਫਲਾਨਾ ਪੇਸ਼ ਹੋਊਗਾ। ਉੱਥੇ ਕਿਸੇ ਨੇ ਨਹੀਂ ਪੇਸ਼ ਹੋਣਾ, ਤੁਸੀਂ ਸਵੈਮ ਹੀ ਹੋਵੋਗੇ, ਆਪ ਹੀ। ਜਿਹੜਾ ਸ਼ੀਸ਼ਾ ਹੁੰਦਾ ਹੈ, ਉਹ ਸਾਨੂੰ ਉਸੇ ਤਰ੍ਹਾਂ ਦਾ ਹੀ ਦਿਖਾ ਦਿੰਦਾ ਜਿਸ ਤਰ੍ਹਾਂ ਦੇ ਅਸੀਂ ਹੁੰਦੇ ਹਾਂ। ਇਸੇ ਤਰ੍ਹਾਂ ਹੀ ਸੱਚਖੰਡ ਦੇ ਅੰਦਰ ਜਦੋਂ ਸਾਡੀ ਜੋਤ ਨੇ ਜਾਣਾ ਹੈ ਉੱਥੇ, ਤਾਂ ਉਹਨਾਂ ਨੇ ਸਾਰਾ ਕੁਝ ਸਾਨੂੰ ਸਾਹਮਣੇ ਆ ਜਾਣਾ ਵੀ ਸਾਡਾ ਕਿਹੋ ਜਿਹਾ ਸਰੂਪ ਹੈ। ਤੇ ਜੇ ਅਸੀਂ ਭਾਣੇ 'ਚ ਇੱਥੋਂ ਰਹਿੰਦੇ ਜਾਵਾਂਗੇ, ਪੇਪਰ ਅਸੀਂ ਇੱਥੇ ਹੀ ਦੇਣਾ, ਰਿਜ਼ਲਟ ਸਾਡਾ ਉੱਥੇ ਆਉਣਾ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ, ਜਾਣਿਆ ਉੱਥੇ ਹੀ ਜਾਣਾ। ਉੱਥੇ ਸੱਚੋ ਹੀ ਸੱਚ ਨਿਬੜ, ਸੱਚ ਉੱਥੇ ਹੀ ਨਿਬੜਨਾ, ਇੱਥੇ ਨਹੀਂ ਨਿਬੜਨਾ। ਇੱਥੇ ਤਾਂ ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ ਦੱਸਿਆ ਸਾਨੂੰ ਵੀ ਆਹ ਸੱਚ ਹੈ, ਜੇ ਤੁਸੀਂ ਇਹ ਸੱਚ ਨੂੰ ਕਮਾ ਲਓਗੇ ਤੁਹਾਨੂੰ ਇਹੀ ਸੱਚ ਉੱਥੇ ਮਿਲੂਗਾ। ਜਿਵੇਂ ਟੀਚਰ ਸਿਖਿਆਰਥੀ ਨੂੰ ਦੱਸ ਦੇਵੇ ਵੀ ਆਹ ਜਿਹੜੇ ਪੇਪਰ 'ਚ ਸਵਾਲ ਨੇ ਸਹੀ ਲਿਖੇਗਾ ਤੂੰ ਤਾਂ ਪਾਸ ਹੋ ਸਕਦਾ ਹੈ, ਜੇ ਤੂੰ ਇਹਨਾਂ ਸਵਾਲਾਂ ਦੇ ਜਵਾਬ ਗਲਤ ਲਿਖੇ ਤੇ ਫਿਰ ਤੂੰ ਪਾਸ ਨਹੀਂ ਹੋਣਾ। ਤੇ ਜੇ ਬੱਚਾ ਉਹੀ ਪੇਪਰ 'ਚ ਆਏ ਹੋਏ ਸਵਾਲਾਂ ਨੂੰ ਸਹੀ ਲਿਖ ਦੇਵੇ ਤਾਂ ਵਾਚਣੇ ਦਾ ਕਿਸੇ ਹੋਰ ਨੇ ਅੱਗੇ ਕਰਨੀ ਕੀਰਤ ਵਾਚੀ ਹੈ। ਮੈਂ ਲੇਖਾ ਕਰ ਸਮਝਾਇਆ, ਸਾਨੂੰ ਸਮਝਾਈ ਹੈ ਗੱਲ ਗੁਰਬਾਣੀ 'ਚ ਕਿ ਤੁਹਾਡੇ ਕੋਲ ਸਮਾਂ ਕੱਲੀ ਕੱਲੀ ਗੱਲ ਗੁਰਬਾਣੀ ਤੋਂ ਸਮਝ ਕੇ ਚੱਲਿਓ ਕਿ ਕਰਨੀ ਕੀਰਤ ਵਾਚੀ ਹੈ, ਕਿ ਤੁਹਾਡੀ ਜਿਹੜੀ ਕਰਨੀ ਕਰ ਕੀ ਰਹੇ ਹੋ ਉਹੀ ਤੁਹਾਡੀ ਕੀਰਤੀ ਹੈ, ਉਹੀ ਤੁਹਾਡੀ ਰਾਸ਼ੀ ਹੈ। ਉਹਨੂੰ ਹੀ ਬਾਚਣਾ ਉਹਨਾਂ ਨੇ ਗਾਹਾਂ ਜਾ ਕੇ, ਹੋਰ ਨਹੀਂ ਕੁਝ ਵੀ ਬਾਚਣਾ। ਉਹਨਾਂ ਨੇ ਬਾਚ ਕੇ ਤੁਹਾਡੇ ਮੂਹਰੇ ਰੱਖ ਦੇਣਾ, ਸੋ ਉਹਦੇ ਤੇ ਰਿਜ਼ਲਟ ਆ ਜਾਣਾ। ਜੇ ਤਾਂ ਉਹਨਾਂ ਦੇ ਮੁਤਾਬਕ ਲਿਖਿਆ ਹੋਇਆ ਹੁਕਮ 'ਚ ਚੱਲੇ ਹੋਏ, ਭਾਣੇ 'ਚ ਚੱਲੇ ਹੋਏ ਤਾਂ ਸੱਚਖੰਡ ਹੈ, ਤੇ ਜੇ ਭਾਣੇ 'ਚ ਨਾ ਚੱਲੇ ਹੋਏ ਫਿਰ ਝੂਠਖੰਡ ਹੈ। ਸੋ ਹੇ ਮੇਰੇ ਮਨਾ, ਸੱਚੇ ਪਾਤਸ਼ਾਹ ਦਾ ਇਹ ਬਚਨ ਹੈ ਕਿ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਦੇ ਉਤਾਰ। ਇਹ ਉਹਨਾਂ ਲੋਕਾਂ ਦੇ ਉੱਪਰ ਕਟਾਸ਼ ਕੀਤੀ ਹੈ ਵੀ ਤੁਸੀਂ ਸਰੀਰ ਨੂੰ ਚੁੱਪ ਕਰਾਉਣ ਵਾਲੇ ਨੂੰ ਚੁੱਪ ਨਾ ਮੰਨੋ। ਜੇ ਚੁੱਪ ਕਰਾਉਣਾ ਹੀ ਹੈ ਤਾਂ ਮਨ ਨੂੰ ਚੁੱਪ ਕਰਾਓ। ਮਨ ਦੀ ਲਿਵ ਹੈ ਜਿਹੜੀ ਆਪਣੇ ਮੂਲ ਨਾਲ ਜੁੜੇ, ਤੇ ਤੁਹਾਡੀ ਹੁਣ ਜਿਹੜੀ ਲਿਵ ਹੈ ਮਾਇਆ ਨਾਲ ਜੁੜੀ ਹੋਈ ਹੈ। ਰਿਜ਼ਲਟ ਅਸੀਂ ਤੁਹਾਨੂੰ ਦੋਨੇ ਹੀ ਦੱਸ ਦੇਣੇ ਵੀ ਜੇ ਮਾਇਆ ਨਾਲ ਲਿਵ ਜੋੜ ਕੇ ਰੱਖੋਗੇ ਤਾਂ ਇਸੇ ਸੰਸਾਰ 'ਚ ਰਹੋਗੇ, ਜੇ ਹੁਕਮ ਨਾਲ ਲਿਵ ਜੋੜ ਕੇ ਰੱਖੋਗੇ ਤਾਂ ਤੁਸੀਂ ਸੱਚਖੰਡ ਦੇ ਦੇਸ਼ ਚਲੇ ਜਾਵੋਗੇ। ਇਹ ਹੁਣ ਤੁਹਾਡੇ ਤੇ ਆ ਵੀ ਤੁਸੀਂ ਕੀ ਕਰਨਾ ਹੈ। ਸੋ ਇੱਥੋਂ ਤੱਕ ਅੱਜ ਦੀ ਜੋ ਵਿਚਾਰ ਸੀ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਫਿਰ ਵੀ ਬਹੁਤ ਊਣਤਾਈਆਂ ਰਹਿ ਜਾਂਦੀਆਂ ਨੇ, ਸੋ ਸਾਨੂੰ ਐਡੀ ਸੋਝੀ ਨਹੀਂ ਹੈਗੀ। ਸੋ ਗੁਰ ਕਿਰਪਾ ਕਰੇ, ਸੋਝੀ ਬਖਸ਼ੇ, ਸੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ